ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਸਿੱਖ ਜਗਤ ਦੀ ਮਹਾਨ ਸੰਪਰਦਾਇ ਕਾਰ ਸੇਵਾ ਲੰਗਰ ਸਾਹਿਬ ਹਜੂਰ ਸਾਹਿਬ ਵਾਲੇ ਮਹਾਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ, ਮਹਾਪੁਰਸ਼ ਸੰਤ ਬਾਬਾ ਬਲਵਿੰਦਰ ਸਿੰਘ ਜੀ ਅਤੇ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਸਦਕਾ ਵਿਸ਼ੇਸ਼ ਉਪਰਾਲਾ ਕਰਕੇ ਇਹ ਮਹਾਨ ਗੁਰਮਤਿ ਸਾਗਨ ਉਲੀਕਣ ਵਾਲੇ ਮਹਾਪੁਰਸ਼ ਬਾਬਾ ਗੁਰਮੀਤ ਸਿੰਘ ਜੀ ਹੁਣਾਂ ਵੱਲੋਂ ਵਿਸ਼ੇਸ਼ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਗੁਰਮਤਿ ਸਮਾਗਮ ਉਲੀਕੇ ਨੇ। ਆਪ ਸੰਗਤਾਂ ਸ਼ਿਰਕਤ ਕਰ ਰਹੇ ਹੋ, ਜਿੱਥੇ ਸਿੱਖ ਜਗਤ ਦੀਆਂ ਸਮੂਹ ਸੰਪਰਦਾਵਾਂ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੀਆਂ ਹਨ। ਉੱਥੇ ਪੰਥ ਦੇ ਮਹਾਨ ਢਾਡੀ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੀ, ਉਹਨਾਂ ਨੇ ਵੀ ਆਪ ਸੰਗਤ ਦੇ ਦਿਦਾਰੇ ਕਰਨੇ ਹਨ। ਮਾਂਡੀ ਵਾਲੇ ਮਹਾਪੁਰਸ਼ ਵੀ ਸ਼ਿਸ਼ੋਭਤ ਨੇ। ਬਾਬਾ ਜੋਗਾ ਸਿੰਘ ਜੀ ਹੋਰ ਬੇਅੰਤ ਸਤਪੁਰਸ਼ ਆਪ ਸੰਗਤ ਦੇ ਦਿਦਾਰੇ ਕਰਨ ਪਹੁੰਚੇ ਨੇ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਹੈ। ਆਓ ਉਸ ਗੁਰੂ ਨਾਨਕ ਨਿਰੰਕਾਰੀ ਨੂੰ ਯਾਦ ਕਰਕੇ ਉਸ ਦੇ ਅਗੰਮੀ ਗੁਣ ਗਾ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਇੱਕ ਗੱਲ ਤੈਅ ਹੈ ਵੀ ਇਸ ਭਵ ਸਾਗਰ ਦੇ ਅੰਦਰ, ਕਲਯੁਗ ਦੇ ਅੰਦਰ ਗੁਰੂ ਨਾਨਕ ਦੀ ਸਰਕਾਰ ਹੈ, ਤੇ ਜਿਹਦੀ ਸਰਕਾਰ ਹੋਵੇ ਮੋਹਰ ਉਹਦੀ ਚੱਲਦੀ ਹੈ। ਬੜੇ ਰਹਿਬਰ, ਬੜੇ ਮਹਾਪੁਰਸ਼ ਜੁਗਾਂ ਜੁਗਾਂ ਵਿੱਚ ਆਏ ਔਰ ਉਹਨਾਂ ਸਮਿਆਂ ਵਿੱਚ ਉਹਨਾਂ ਦੀ ਅਜ਼ਮਤ, ਉਹਨਾਂ ਦੀ ਬਰਕਤ ਕੰਮ ਆਉਂਦੀ ਰਹੀ ਹੈ। ਅਸਮਰੱਥ ਸਭ ਇਸ ਯੁੱਗ ਦੇ ਅੰਦਰ ਹੋ ਗਏ, ਕਿਉਂਕਿ ਸਮੁੱਚੀ ਬਰਕਤ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਨੇ ਦਿੱਤੀ। ਆਪਣੀ ਜਿੰਨੀ ਵੀ ਕਲਾ ਸੀ ਦੇ ਕਰਕੇ ਦੁਨੀਆ ਤੇ ਭੇਜਿਆ। ਤਾਂ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਕਲਯੁਗ ਵਿੱਚ ਗੁਰੂ ਨਾਨਕ ਦੀ ਸਰਕਾਰ ਹੈ, ਉਹੀ ਲੋਕ ਅਤੇ ਪਰਲੋਕ ਵਿੱਚ ਰੱਖਿਅਕ ਹੈ, ਉਸ ਦੀ ਹੀ ਮੋਹਰ ਚੱਲੇਗੀ। ਉਹਦੇ ਤੋਂ ਲਹਿਦਾ ਕਿਸੇ ਦਾ ਨਾਮ ਭਵ ਸਾਗਰ ਤੋਂ ਪਾਰ ਨਹੀਂ ਲਿਜਾ ਸਕਦਾ। ਜਿਸ ਨਾਮ ਦੀ ਵਡਿਆਈ ਬਾਬਾ ਨਰਿੰਦਰ ਸਿੰਘ ਜੀ ਕਰ ਰਹੇ ਸਨ, ਉਹ ਅਕਾਲ ਪੁਰਖ ਦਾ ਪਾਕ ਨਾਮ, ਉਹੀ ਅਕਾਲ ਪੁਰਖ ਨਾਨਕ ਨਿਰੰਕਾਰੀ ਦੇ ਰੂਪ ਵਿੱਚ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ 1526 ਬਿਕਰਮੀ ਸੰਮਤ ਨੂੰ ਮਾਤਾ ਤ੍ਰਿਪਤਾ ਜੀ ਦੇ ਹਿਰਦੇ ਵਿੱਚ ਪ੍ਰਕਾਸ਼ ਧਾਰਦੇ ਨੇ। ਬਾਬਾ ਮਹਿਤਾ ਕਾਲੂ ਚੰਦ ਜੀ ਦੀ ਗੋਦ ਵਿੱਚ ਖੇਡੇ ਨੇ। ਉਹ ਪਾਕ ਰੂਹੇ ਜ਼ਮੀਨ ਜਿਸ ਦਾ ਨਾਮ ਰਾਏ ਭੋਏ ਦੀ ਤਲਵੰਡੀ ਹੈ, ਜਿੱਥੇ ਪਾਤਸ਼ਾਹ ਦਾ ਆਗਾਜ਼ ਹੋਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਬਾਬਤ ਇੱਕ ਬੋਲ ਕਿਹਾ। ਕਹਿੰਦੇ ਪਰਮਾਤਮਾ ਹਰ ਜ਼ਰੇ ਦੇ ਵਿੱਚੋਂ ਰੋਜ਼ੀ ਦੇਣ ਵਾਲਾ ਜੋਤ ਬਣ ਕੇ ਸਮਾਇਆ ਹੈ। ਅੱਗੇ ਬੇਅੰਤ ਅਵਤਾਰ ਆਏ, ਮਹਾਪੁਰਸ਼ ਆਏ, ਬੜੇ ਧਰਮ ਨੇ ਦੁਨੀਆ ਤੇ, ਸਾਰਿਆਂ ਦੇ ਰਹਿਬਰ ਮਹਾਪੁਰਸ਼, ਸਭਨਾਂ ਦਾ ਅਦਬ ਹੈ, ਸਾਰੇ ਅਜ਼ਮਤੀ ਨੇ, ਆਪਣੇ ਨਾਲੋਂ ਤੇ ਬਹੁਤ ਮਹਾਨ ਅਵਧੀ ਤੇ ਨੇ ਸਾਰੇ। ਪਰ ਇਸ ਵਾਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਪਾਪ ਇੰਨਾ ਵੱਧ ਗਿਆ ਧਰਤੀ ਤੇ, ਹੁਣ ਅਵਤਾਰਾਂ ਨਾਲ ਗੱਲ ਨਹੀਂ ਸੀ ਚੱਲਣੀ। ਉਹ ਕਹਿੰਦੇ ਭਇਓ ਭਾਰ ਧਰ ਪਰ ਅਦਕ, ਧਰਮ ਧਰਤ ਨ ਹੈ ਧੀਰ, ਭਾਉ ਭਗਤ ਨ ਹੈ ਜਗਤ ਮੈਂ ਬਿਕਲ ਭਈ ਭੈ ਭੀਰ, ਏਕੰਕਾਰ ਆਰਾਧਨ ਕੀਨਾ ਭਨਤ ਬੇਨਤੀ ਭਈ ਪਰਬੀਨਾ। ਉਹ ਵੀ ਕੰਨ ਖੋਲ ਲਵੋ ਜਿਹੜੇ ਇਹ ਕਹਿੰਦੇ ਨੇ ਵੀ ਸ਼ਾਇਦ ਕਵੀ ਸੰਤੋਖ ਸਿੰਘ ਜੀ ਸਨਾਤਨ ਮਤ ਨਾਲ ਸਿੱਖਾਂ ਨੂੰ ਜੋੜਦੇ ਨੇ, ਹਿੰਦੂ ਮਤ ਦੀ ਜ਼ਿਆਦਾ ਕੀਰਤੀ ਕਰਦੇ ਨੇ। ਹਿੰਦੂ ਮਤ ਦਾ ਇੱਕ ਸਿਧਾਂਤ ਹੈ, ਜਿਹੜਾ ਵੀ ਕਵੀ ਹੈ ਉਹ ਮੰਗਲ ਲਿਖੇਗਾ ਜਦੋਂ ਵੀ, ਉਹ ਆਪਣੇ ਇਸ਼ਟ ਦਾ ਲਿਖੇਗਾ, ਸਰਸਵਤੀ ਜਾਂ ਸ੍ਰੀ ਗਣੇਸ਼ ਜੀ, ਜਿਤਨੇ ਵੀ ਉਹਨਾਂ ਦੇ ਮਹਾਪੁਰਸ਼ ਨੇ। ਦੂਸਰਾ, ਉਹਨਾਂ ਲਈ ਪਰਮਾਤਮਾ ਅਕਾਲ ਪੁਰਖ ਹਿੰਦੂ ਵੀਰ ਵਿਸ਼ਨੂੰ ਜੀ ਨੂੰ ਮੰਨਦੇ ਨੇ।
हाँ जे ते कवि जी इत्थे कह दिंदे भी ओंग आराधन कीना, ओंग विच शिव जी ब्रह्मा विष्णु आ गए, आराध्या ओंग नूं इन्हां देवतियां नूं आराध्या ते इन्हां चों कोई महापुरुष दुनिया ते आया। फिर ते मनदे आ भी कवि संतोख सिंह सनातन मत नाल जोड़दा है। वो ब्रह्म ज्ञानी महापुरुष ते भ्रम ज्ञानियां नूं ओहदी रचना ओहदी पुरजोर कलम दी समझ नहीं आ सकदी। ओहदा जिहड़ा इष्ट है उन्हें साफ किया है एकंकार आराधन कीना। ये उही है जिहदा वजूद गुरु नानक निरंकारी ने सिख जगत नूं दिता। वजूद की है साडा एक ओंकार। हुण गुरु नानक साहब दे लई भी उही इष्ट ने, उन्हां दे निर्गुण स्वरूप परमात्मा, और गुरु के सिख लई भी उही इष्ट है। कहंदे देवतियां तो गल ना बनी एकंकार आराधन कीना। ये नानक प्रकाश के बोल ने, जिहदे तो तंगी बड़ी है अजकल कईयां नूं। वो कहंदे एक अकाल पुरख नूं आराध्या। हुण हिंदुआं दा ओंग सी नानक निरंकारी ने अगे एक लाता भी इन्हां तिन्नां महान देवतियां दा खसम भी कोई है जिहदे हुक्म विच चलदे ने। रोज तुसीं पढ़दे हो एका माई जुगत विआई तिन चेले परवान, एक संसारी एक भंडारी एक लाए दी बाण, जिव तिस भावै तिवै चलावै जिव होवै फुरमान। वो जिहड़ा एक है ना एकंकार आराधन कीना भनत बेनती भई परबीना। कवि संतोख सिंह कहंदे धरती ते पाप वध गया, धर्म दी कबर पुटी गई ते धर्म दी धरती दी पुकार उत्ते परमात्मा ने फिर ये प्लैनिंग कीती भी हुण कला 14 दे दवां 16 दे दवां, गल नहीं चलेगी महापुरुषां नूं भेजा मैं उत्थे, नहीं गल बनेगी। उन्हें बड़ा सुंदर लिखिया। वो हिंदू वीर कोई भी कविजन होवे वो लिखेगा जी विष्णु आए दुनिया ते। कवि जी पता की कहंदे, कहंदे जिहनूं आराध्या सी ना एकंकार धार निज रूपा, प्रगटे सतगुर रूप अनूपा। दैट ट्रांसेंडेंट लॉर्ड, दैट सुप्रीम लॉर्ड, he came into this world to be called Guru Nanak। ओ खुदाया जिहड़ा सब कृष्ण विष्णु वर्गे महापुरुषां नूं दुनिया ते भेजण वाला सी, अज आप नारायण कलाधार जग मह परवरे। ओ नानक निरंकारी बन के दुनिया ते आया। ते हुण उन्हां नूं पुछिया करो भी कवि जी ने कित्थे हिंदू मत की प्रौढ़ता की है, क्योंकि साडे नाल ते ओह बहिंदे नहीं। जदों आखी आओ जी विचार करिए, सिख जग दी लकीर लम्मी होनी चाहिदी है, झगड़ा काहदा है, पर कुछ आउंदा होवे ते सामने बवे। वो ब्रिज भाषा, वो संस्कृत, वो अरबी, वो फारसी, वो गुरमुखी, वो पंजाबी, केड़ी भाषा दसां जिहदे विच कवि संतोख सिंह दी कलम पुरजोर ना चली होवे। ते मेरे वर्गिਆਂ ਨੂੰ ते साडी मात भाषा पंजाबी भी चंगी तरह नहीं आउंदी ते विचार कादी करनी है। सो आप पढ़िया करो इतिहास नूं। और बाबा जी कई बार कह गए ने भी बाबा गुरमीत सिंह हुणां नाल संगतां ने सुल्तानपुर जाना है, 550 साल मनाउणा। तुसीं कवि संतोख सिंह दी महान रचना नानक प्रकाश नूं खंडित कर दिओ ते मनाओ, 550 साल किदां मनाओगे? विखाओ गुरु ग्रंथ साहिब विच कित्थे लिखिया भी गुरु नानक राय भोए दी तलवंडी प्रकाश धारदे ने? विखाओ गुरु नानक पातशाह बाबत कदों लिखिया गुरु ग्रंथ साहिब विच भी इन्ने साल वो सुल्तानपुर रहे, ननकाना साहिब रहे, तो दिन काहदा मनाउणा जी? अगर कवि संतोख सिंह कलम चुक के इतिहास ना लिखदा, गुरु ग्रंथ साहिब पातशाह केवल एक अकाल पुरख दे पाक बोल ने, उहदे तक पहुंचण दा रस्ता ने, उहदा रूप ने, सब नालों महान अदब है उन्हां दा। पर जे इतिहास छड्ड दोगे तुहाडे कोल इह भी नहीं रहना भी ये जिहड़ी धुरकी बाणी है इहनूं 10 पातशाह कदों ते किवें लैके आए, वो सब कुछ तुहानूं सूरज प्रकाश विच ही लभेगा। ये तुसीं ये भी नहीं सिद्ध कर सकते गुरु ग्रंथ साहिब महाराज की पाक बाणी कदों रची गई है। ये 1561 विक्रमी संमत, ये भी तो सूरज प्रकाश च ही लिखिया भी गुरु अर्जन साहब ने बाणी लिखी। सो थोड़ा जिहा ध्यान दिया करो। गुरु ग्रंथ साहिब साडा मुरशद है, गुरु है, सिद्धांत है, ते सिद्धांत दे चलण वाले दा इतिहास बनया है। जिहड़ा सूरज प्रकाश नानक प्रकाश है, तुहाडे मेरे वर्गियां दा इतिहास थोड़ी बनदा है किते।
ਕਦੇ ਵੀ ਕੁਤਰਕ ਕਰਨ ਵਾਲਾ ਬਾਣੀ ਤੇ ਇਤਿਹਾਸ ਤੇ ਕਰੇ ਤੇ ਇਹ ਆਪ ਬਾਣੀ ਇਤਿਹਾਸ ਪੜੋ। ਇਹ ਕੱਲਾ ਗਿਆਨੀਆਂ ਦਾ ਹੀ ਫਲਸਫਾ ਨਹੀਂ ਹੈ ਜਵਾਬ ਦੇਣਾ, ਤੁਹਾਡਾ ਵੀ ਫਰਜ਼ ਹੈ। ਤੁਸੀਂ ਵੀ ਪੰਜ ਕਕਾਰੀ ਹੋ, ਗੁਰੂ ਕੇ ਖਾਲਸੇ ਹੋ। ਜਿਤਨਾ ਗੁਰੂ ਨਾਨਕ ਗੁਰੂ ਗੋਬਿੰਦ ਦੀ ਸ਼ਾਨ ਵਿੱਚ ਕੋਈ ਗਿਆਨੀ ਜਨ ਵਿਚਾਰ ਦੇ ਕੇ ਵਡਿਆਈ ਖੱਟਦਾ ਹੈ, ਤੁਸੀਂ ਵੀ ਗੁਰੂ ਕੇ ਨਾਦੀ ਪੁੱਤਰ ਹੋ, ਤੁਹਾਡਾ ਵੀ ਉਨਾ ਹੀ ਫਰਜ਼ ਬਣਦਾ ਹੈ ਕੁਤਰਕੀਆਂ ਨੂੰ ਜਵਾਬ ਦੇਣ ਦਾ। ਆਪ ਇਤਿਹਾਸ ਪੜੋ, ਆਪ ਬਾਣੀ ਪੜੋ, ਤੁਹਾਨੂੰ ਪਤਾ ਲੱਗੇਗਾ ਵੀ ਅਗਰ ਕਵੀ ਦੀ ਪੁਰਜ਼ੋਰ ਕਲਮ ਨਾ ਚੱਲੀ ਹੁੰਦੀ ਤੇ ਸਾਡੇ ਕੋਲ ਖਾਲਸਾ ਪੰਥ ਦੇ ਇਤਿਹਾਸ ਦਾ ਕੋਈ ਵਜੂਦ ਨਹੀਂ ਸੀ ਹੋਣਾ। ਸਿੱਖੀ ਦਾ ਵਜੂਦ ਕੀ ਹੈ? ਕੁਝ ਨਹੀਂ ਸੀ ਹੋਣਾ। ਸੋ ਮੈਂ ਉਸ ਮਹਾਪੁਰਸ਼ ਦੇ ਬੋਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਆਗਾਜ਼ ਕਰ ਰਿਹਾ ਇਸ ਵਿਚਾਰ ਦਾ। ਉਹ ਕਹਿੰਦਾ, ਏਕੰਕਾਰ ਧਾਰ ਨਿਜ ਰੂਪਾ, ਪ੍ਰਗਟੇ ਸਤਿਗੁਰ ਰੂਪ ਅਨੂਪਾ। ਦੇ ਏਡਾ ਸੋਹਣਾ ਬਾਬਾ ਨਾਨਕ ਪ੍ਰਗਟ ਹੋਇਆ, ਉਹਦੇ ਰੂਪ ਦੀ ਉਪਮਾ ਦੇਣ ਵਾਲੀ ਜ਼ੁਬਾਨ ਕਿਸੇ ਗਲੂਏ ਮੁਬਾਰਕ ਵਿੱਚ ਲੱਗੀ ਨਹੀਂ। ਏਡਾ ਵੱਡਾ ਉਹਨੂੰ ਬਾਣੀ ਕਹਿੰਦੀ ਹੈ, ਜਿਹੜਾ ਹਰ ਜ਼ਰੇ ਦੇ ਵਿੱਚ ਜੋਤ ਬਣ ਕੇ ਸਮਾਇਆ ਸੀ। ਅੱਜ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਿਹਦਾ ਕੋਈ ਆਕਾਰ ਨਹੀਂ ਹੈ। ਜੇ ਸਰਗੁਣ ਚਾਜੋ ਤੇ ਸਾਰੇ ਹੀ ਉਹਦੇ ਆਕਾਰ ਨੇ। ਜਿਹੜਾ ਹਰ ਜ਼ਰੇ ਵਿੱਚ ਜੋਤ ਬਣ ਕੇ ਸਮਾਇਆ ਸੀ, ਉਹ ਦੁਨੀਆ ਦੇ ਉੱਤੇ ਗੁਰੂ ਨਾਨਕ ਬਣ ਕੇ ਆਇਆ, ਉਸ ਦਾ ਆਗਾਜ਼ ਹੋਇਆ। ਇੱਕ ਇੰਗਲਿਸ਼ ਦੇ ਵਿਦਵਾਨ ਨੇ ਲਿਖਿਆ, ਬਾਬਾ ਜੀ ਅੱਜ ਕੱਲ੍ਹ ਬੜਾ ਚੱਲਦਾ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਸਾਡੇ ਵਰਗੇ ਹੀ ਚਮਦੇ ਲਿਫਾਫੇ ਹੋਣੇ ਨੇ। ਔਰ ਕਹਿ ਵੀ ਉਹ ਰਹੇ ਹੁੰਦੇ ਨੇ ਜਿਹੜੇ 5-4 ਜਮਾਤਾਂ ਪੜ੍ਹੇ ਤੇ ਨਾ ਅੱਗੇ ਐਡਾ ਲਕਬ ਲਾਇਆ ਹੁੰਦਾ ਜੀ ਪ੍ਰੋਫੈਸਰ ਸਾਹਿਬ ਆ ਰਹੇ ਨੇ ਅੱਜ ਕਥਾ ਕਰਨ। 17 ਸਾਲ ਲੱਗ ਜਾਂਦੇ ਨੇ PhD ਕਰਨੀ ਹੋਵੇ ਤੇ। ਇਹ ਸੌਖਾ ਕੰਮ ਹੈ। ਸਾਲ 2 ਸਾਲ ਤੁਹਾਡੀਆਂ ਮੇਰੀਆਂ ਕਿਤਾਬਾਂ ਪੜ੍ਹੋ, ਕਿਸੇ ਦੀਆਂ ਲਿਖੀਆਂ ਕਿਤਾਬਾਂ ਪੜ੍ਹੋ। ਪ੍ਰੋਫੈਸਰ ਸਾਹਿਬ ਆ ਗਏ ਜੀ ਤੇ ਖੰਡਤ ਉਸ ਵਿਚਾਰਧਾਰਾ ਨੂੰ ਕਰਨਗੇ ਜਿਹੜੀ 300-400 ਸਾਲ ਤੋਂ ਗੁਰੂ ਸਾਹਿਬ ਤੋਂ ਸੀਨੇ ਬਸੀਨੇ ਸੰਪਰਦਾਵਾਂ ਵਿੱਚ ਪ੍ਰਚਲਿਤ ਚੱਲ ਰਹੀ ਹੈ। ਉਹਨੂੰ ਖੰਡਿਤ ਕਰਨਗੇ ਵੀ ਅਸੀਂ ਸਿਆਣੇ ਹੋ ਗਏ ਆ। ਇਹਦਾ ਮਤਲਬ ਵੀ 300-400 ਸਾਲ ਇਹ ਕਮਲਿਆਂ ਦਾ ਹੀ ਟੱਬਰ ਸੀ ਸਾਰਾ ਸਿੱਖ ਜਗਤ, ਕੋਈ ਸਿਆਣਾ ਹੋਇਆ ਹੀ ਨਹੀਂ। ਜਿਨ੍ਹਾਂ ਤਲੀ ਤੇ ਸੀਸ ਟਿਕਾਏ, ਜਿਨ੍ਹਾਂ ਬੰਦ ਕਟਵਾਏ, ਉਹ ਪਾਕ ਹਸਤ ਕਮਲ ਭਾਈ ਮਨੀ ਸਿੰਘ ਦੇ, ਜਿਨ੍ਹਾਂ 100 ਸਾਖੀ ਲਿਖ ਦਿੱਤੀ, ਉਹ ਬੰਦ ਗੁਰੂ ਲਈ ਜਿਹੜਾ ਕੱਟਿਆ ਗਿਆ, ਉਹਦੇ ਨਾਲੋਂ ਸਾਨੂੰ ਜ਼ਿਆਦਾ ਗਿਆਨ ਹੋ ਗਿਆ। ਇਹ ਅਧੂਰੇ ਗਿਆਨ ਦੀ ਮੈਂ ਗੱਲ ਕਰਾਂ, ਇਹਦਾ ਖੰਡਨ ਮੈਂ ਕਰਾਂ, ਮੈਂ ਅਸਲ ਪ੍ਰੋਫੈਸਰ ਦੇ ਤੁਹਾਡੇ ਨਾਲ ਅਰਥ ਸਾਂਝੇ ਕਰਾਂ। ਅਧੂਰੇ ਪ੍ਰੋਫੈਸਰ ਕਹਿੰਦੇ ਗੁਰੂ ਨਾਨਕ ਸ਼ਾਇਦ ਸਾਡੇ ਵਰਗਾ ਹੈ। ਆਹੋ ਥੋੜਾ ਸਿਆਣਾ ਸੀ, ਹੋਰ ਤੇ ਸਾਡੇ ਵਰਗਾ ਹੀ ਹੈ। ਆ ਜਿਹੜੀ ਪੰਕਤੀ ਹੈ ਨਾ, ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਉਹ ਇੱਕ ਇੰਗਲਿਸ਼ ਦਾ ਪ੍ਰੋਫੈਸਰ ਲਿਖਦਾ, ਕਹਿੰਦਾ ਦਾ ਇੰਬੋਡੀਮੈਂਟ ਆਫ ਲਾਈਟ, ਭਾਵ ਜਿਹੜੀ ਸਾਨੂੰ ਰੌਸ਼ਨੀ ਮਿਲੀ ਹੈ, ਜੋ ਸਾਨੂੰ ਰੌਸ਼ਨੀ ਦੇਣ ਵਾਲਾ ਹੈ, ਕੰਨਾਂ ਨੂੰ ਸੁਣਨ ਦੀ ਬਰਕਤ, ਅੱਖਾਂ ਨੂੰ ਵੇਖਣ ਦੀ ਬਰਕਤ। ਦਾ ਇੰਬੋਡੀਮੈਂਟ ਆਫ ਲਾਈਟ ਹੈਜ਼ ਕ੍ਰੀਏਟਿਡ ਹਿਮਸੈਲਫ ਟੂ ਬੀ ਕਾਲਡ ਗੁਰੂ ਨਾਨਕ। ਉਹ ਜਿਹੜਾ ਸਾਰਿਆਂ 'ਚ ਜੋਤ ਸੀ, ਉਹਨੇ ਇੱਕ ਮੁਜੱਸਮਾ ਤਿਆਰ ਕੀਤਾ, ਸਰੀਰ ਤਿਆਰ ਕੀਤਾ, ਜਿਹਦਾ ਨਾਮ ਨਾਨਕ ਨਿਰੰਕਾਰੀ ਸੀ, ਤੇ ਉਸ ਸਰੀਰ ਨੂੰ ਆਪ ਧਾਰ ਕੇ ਦੁਨੀਆ ਤੇ ਆਇਆ ਹੈ। ਇਹ ਹੈ ਅਸਲ ਪ੍ਰੋਫੈਸਰਾਂ ਦੇ ਅਰਥ, ਜਿਨ੍ਹਾਂ ਵਾਕਿਆ ਹੀ ਵਿਦਿਆ ਪੜ੍ਹੀ ਹੋਈ ਹੈ। ਉਹ ਕਹਿੰਦੇ ਗੁਰੂ ਨਾਨਕ ਵਿੱਚ ਤੇ ਪਰਮਾਤਮਾ ਵਿੱਚ ਇੰਨਾ ਹੀ ਫਰਕ ਹੈ, ਉਹ ਜੋਤ ਹੈ ਤੇ ਉਹ ਚੋਲਾ ਹੈ, ਬਸ। ਉਹਨੇ 10 ਜਾਮੇ ਬਦਲੇ, ਸਾਰੇ ਜਾਣਦੇ ਆ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਉਹ ਗੁਰੂ ਨਾਨਕ। ਅੱਛਾ, ਇੱਕ ਮਹਾਪੁਰਸ਼ ਹੋਇਆ ਹੈ, ਅਰਬੀ, ਫਾਰਸੀ, ਉਰਦੂ ਵਿੱਚ ਉਹਦੀ ਕਲਮ ਬੜੀ ਚੱਲੀ ਹੈ। ਉਹਦਾ ਨਾਮ ਜਿਹੜਾ ਹੈ ਨਾ, ਉਹਨੇ ਇੱਕ ਦਾ ਪੋਰਟਰੇਟ ਆਫ ਮਰਸੀ, ਗੁਰੂ ਨਾਨਕ ਦੀ ਇੱਕ ਦਿਨ ਫੋਟੋ ਵੇਖੀ ਤੇ ਗੁਰੂ ਨਾਨਕ ਦੀ ਫੋਟੋ ਵੇਖ ਕੇ ਆੜੀ ਕਾਗਜ਼ ਤੇ ਬਣੀ ਫੋਟੋ। ਵੇਖੋ ਜਿਨ੍ਹਾਂ ਨੂੰ ਭਰੋਸਾ ਹੈ, ਸਾਨੂੰ ਸ਼ਬਦ ਸਰੂਪ ਤੇ ਭਰੋਸਾ ਨਹੀਂ। ਇੱਥੇ ਉਹਦੀ ਤਸਵੀਰ ਅੱਗੇ ਹੀ ਸਿਰ ਝੁਕਾਉਣ ਵਾਲੇ ਬੜੇ ਫਿਰਦੇ ਨੇ। ਕਹਿੰਦਾ ਤਸਵੀਰ ਹੀ ਰਹਿਮਤ ਕਰ ਦਿੰਦੀ ਹੈ। ਜੇ ਸੱਚੇ ਦਿਲੋਂ ਗੁਰੂ ਨਾਨਕ ਨੂੰ ਯਾਦ ਕਰੀਏ, ਉਹਨੇ ਨਾਮ ਰੱਖਿਆ ਕਵਿਤਾ ਦਾ ਤਸਵੀਰ ਰਹਿਮਤ। ਇੰਗਲਿਸ਼ ਵਿੱਚ ਕਹਿ ਲਵੋ ਦਾ ਪੋਰਟਰੇਟ ਆਫ ਮਰਸੀ, ਭਾਵ ਇਹ ਉਹਦੀ ਤਸਵੀਰ ਹੈ ਜੋ ਸਰਣੇ ਆਵੈ ਤਿਸ ਕੰਠ ਲਾਵੈ ਬਿਰਧ ਸੁਆਮੀ ਸੰਦਾ। ਜਿਹੜਾ ਇਹਦੀ ਸ਼ਰਨ ਆ ਜਾਂਦਾ ਉਹਨੂੰ ਗੱਲ ਨਾਲ ਲਾਉਂਦਾ ਹੈ, ਭਾਵੇਂ ਜੰਜੂ ਹੈ, ਭਾਵੇਂ ਕੋਈ ਕਲਮਾ ਪੜਨ ਵਾਲਾ ਹੈ, ਤੇ ਭਾਵੇਂ ਕੋਈ ਜਪਜੀ ਪੜਨ ਵਾਲਾ ਹੈ। ਉਸ ਮਹਾਪੁਰਸ਼ ਦਾ ਜਿਹੜਾ ਨਾਮ ਹੈ ਨਾ,
ਮਹਿਰੂਮ ਕਹਿੰਦੇ ਸਨ ਉਸਨੂੰ। ਉਹ ਮਹਿਰੂਮ ਨੇ ਲਿਖਿਆ, ਕਹਿੰਦਾ ਤੇਰੀ ਤੌਕੀਰ ਸੇ, ਧਿਆਨ ਦਿਓ, ਤੌਕੀਰ ਦਾ ਮਤਲਬ ਹੁੰਦਾ ਸਨਮਾਨ ਕਰਨਾ, ਆਦਰ ਦੇਣਾ। ਉਹ ਕਹਿੰਦਾ ਤੇਰੀ ਤੌਕੀਰ ਸੇ, ਤੌਕੀਰ ਹਸਤੀ ਹੈ ਗੁਰੂ ਨਾਨਕ, तेरी तौकीर से तौकीर हस्ती है गुरु नानक, तेरी तनवीर हर जरे में बसती है गुरु नानक। उर्दू दे बोल ने, हुण इत्थे अर्थ समझियो। वो तस्वीर रहमत विच लिखण लगा, कहंदा ऐ गुरु नानक तेरा अदब तेरी तस्वीर वेख के करदा मैं, क्योंकि मैं ते तेरे निर्गुण ਸਰੂਪ ਨੂੰ ਮਿਲਿਆ ਨਹੀਂ, ਨਾ ਸਰਗੁਣ ਨੂੰ ਮਿਲਿਆ। ਸ਼ਬਦ ਸਰੂਪ ਦੇ ਦਿਦਾਰੇ ਹੋ ਜਾਂਦੇ ਨੇ, ਪਰ ਤੇਰੀ ਤਸਵੀਰ ਵੀ ਵੇਖ ਲਵਾਂ ਤੇ ਮੈਂ ਤੇਰਾ ਸਤਿਕਾਰ ਕਰਦਾ। ਉਹ ਕਹਿੰਦਾ ਹੈ ਹਿੰਦੂ, ਇਸਲਾਮ, ਸਿੱਖ ਜਗਤ ਦੇ ਲੋਕੋ ਇਸ ਗੱਲ ਨੂੰ ਸਮਝ ਲਿਓ, ਗੁਰੂ ਨਾਨਕ ਦਾ ਸਤਿਕਾਰ ਕਰਨਾ ਕੇਵਲ ਗੁਰੂ ਨਾਨਕ ਦਾ ਹੀ ਸਤਿਕਾਰ ਨਹੀਂ ਹੈ, ਸਮੁੱਚੀ ਲੋਕਾਈ ਵਿੱਚ ਹਰ ਜ਼ਰੇ ਵਿੱਚ ਵਸੇ ਹੋਏ ਪਰਮਾਤਮਾ ਦਾ ਵੀ ਸਤਿਕਾਰ ਹੈ। ਇਹ ਉਰਦੂ ਦੇ ਵਿਦਵਾਨ ਲਿਖ ਰਹੇ ਨੇ, ਤੇ ਸਾਡੀ ਜਿਹੜੀ ਆਪਣੀ ਗੁਰਮੁਖੀ ਪੰਜਾਬੀ ਭਾਸ਼ਾ ਦੇ ਜਾਏ ਹੋਏ ਨੇ, ਉਹ ਸਟੇਜਾਂ ਤੇ ਬਹਿ ਕੇ ਗੁਰੂ ਨਾਨਕ ਨੂੰ ਆਖਣਗੇ ਉਹਦੇ ਸਾਡੇ ਵਰਗਾ ਹੀ ਹੈ। ਉਹਦੀ ਬਾਣੀ ਨਾਲ ਜੀਵਨ ਜਾਚ ਸਿੱਖ ਲਓ, ਉਹਦੇ ਕੋਲੋਂ ਕੀ ਲੈਣਾ ਹੈ, ਵੀ ਫਲ ਛਕ ਲਵੋ, ਜੜ੍ਹਾਂ ਨੂੰ ਪਾਣੀ ਦੇਣ ਦੀ ਕੋਈ ਲੋੜ ਨਹੀਂ। ਤੇ ਜਿਸ ਅਧਿਆਪਕ ਦਾ ਅਦਬ ਨਾ ਕਰੀਏ, ਉਹ ਕਾਕੇ ਨੂੰ ਸਕੂਲੇ ਗਏ ਨੂੰ ਸਿਖਾਵੇਗਾ ਕੁਝ ਨਹੀਂ। ਨੈਣੀ ਦੇਖੋ ਗੁਰਦਰਸ਼ਨੋਂ ਗੁਰਚਰਨੀ, ਮੱਥਾ ਸਿਰ ਝੁਕਾਉਣਾ ਪੈਣਾ ਹੈ, ਗੁਰੂ ਨਾਨਕ ਦੀ ਜੈ ਜੈਕਾਰ ਕਰਨੀ ਪੈਣੀ ਹੈ। ਉਹ ਫਾਰਸੀ ਦੇ ਉਰਦੂ ਦੇ ਵਿਦਵਾਨ ਨੇ ਲਿਖਿਆ। ਉੱਥੇ ਇੱਕ ਇੰਗਲਿਸ਼ ਦੇ ਵਿਦਵਾਨ ਨੇ ਉਹਦੇ ਅਰਥ ਕੀਤੇ, ਕਹਿੰਦਾ ਦਾ ਟੂ ਆਨਰ ਯੂ ਇਜ਼ ਟੂ ਆਨਰ ਆਲ ਦਾ ਐਗਜ਼ਿਸਟੈਂਸ ਆਫ ਲਾਰਡ। ਕਹਿੰਦਾ ਗੁਰੂ ਨਾਨਕ ਤੇਰੀ ਵਡਿਆਈ ਵਿੱਚ ਖੁਦਾ ਦੀ ਵਡਿਆਈ, ਤੇਰੀ ਵਡਿਆਈ ਵਿੱਚ ਖੰਡਾਂ ਬ੍ਰਹਿਮੰਡਾਂ ਦੀ ਜੋ ਹੋਂਦ ਹੈ, ਜੋ ਖੰਡਾਂ ਬ੍ਰਹਿਮੰਡਾਂ ਦਾ ਆਕਾਰ ਹੈ, ਸਮੁੱਚੀ ਲੋਕਾਈ ਦੀ ਵਡਿਆਈ ਨਾਲ ਹੀ ਹੋ ਜਾਂਦੀ ਹੈ। ਤੇਰੇ ਗੁਣ ਗਾਇਆ ਸਭ ਦੇਵੀ ਦੇਵਤੇ ਵਿੱਚ ਹੀ ਆ ਜਾਂਦੇ ਨੇ, ਸਾਰੇ ਰਹਿਬਰ ਮਹਾਪੁਰਸ਼ ਤੇਰੇ ਨਾਮ ਵਿੱਚ ਹੀ ਆ ਜਾਂਦੇ ਨੇ। ਗੁਰੂ ਨਾਨਕ ਏਡਾ ਵੱਡਾ। ਅੱਗੇ ਲਫ਼ਜ਼ ਵਰਤਿਆ ਤੌਕੀਰ, ਕਹਿੰਦੇ ਨੇ ਰੌਸ਼ਨੀ ਨੂੰ। ਧਿਆਨ ਦਿਓ, ਕਹਿੰਦੇ ਤੇਰੀ ਤਨਵੀਰ ਹਰ ਜ਼ਰੇ ਮੇਂ ਬਸਤੀ ਹੈ ਗੁਰੂ ਨਾਨਕ, तेरी तौकीर से तौकीर ये हस्ती है गुरु नानक। अगे लफ्ज वरतिया तनवीर, तनवीर कहते ने चमक नूं, रोशनी नूं। कहंदा गुरु नानक आ जिहड़ियां लोकां दियां अखां विच रोशनी है ना, ये जिहड़ी जोत है, ये जो गलूए मुबारक तो बोलदे ने, ये गुरु नानक तेरी ही रोशनी हर जरे च समाई है। मैं ते समुची लोकाई विच हर अख वेखण वाली नूं समझदा गुरु नानक दी अख है। हर बोल तेरा निकलिया है लोकाई दे गलूए चों। भाव ये जेड़े दो कदम असीं पुटदे आ, गुरु नानक दी जोत दे बलबूते ही है। ये गुरु नानक ही जोत स्वरूप है। यही गुरु ग्रंथ साहिब ने कहा, जोत रूप हर आप गुरु नानक कहायो। एडे एडे अरबी फारसी दे विद्वाना गुरु नानक नूं खुदाया मन्निया है, ते असीं सिख हो के समझते हैं भी कुछ भी नहीं है। गुरु अर्जन साहब एक दिन वडियाई करन लगे अपने पहले जामे दी। वो पता की कहंदे ने, कहंदे प्रभ दातो दातार परियो जाचक एक सरना है अकाल पुरख। जदों भी सिख ने गुरु नानक दे गुण गाउंदे ने, इदां बेनती करियो। और गुरु अर्जन साहब गुरु नानक साहब नूं नहीं कोई लोड़ गुण गाउण दी। वो कौन ने? आप नारायण कलाधार जग में परवरियो। जे उन्हां चौंकड़ा लाया भी है तो एक पगडंडी तैयार की सिखां नूं सिखाउण दे लई भी मेरे सिख इउं इबादत करन परमात्मा दी ते उत्थे पहुंच सकदे ने। बाबा नरेंद्र सिंह जी एक उदाहरण दे रहे सी भी ओहदे तक मुशक्कतां घाल के ही कोई नदी पहुंचदी है समुंदर ताईं। फिर समुंदर दा रूप है। जितने भी महापुरुष ने, चाहे वह बाबा शीशा सिंह ने, संत अतर सिंह जी महाराज ने, बाबा नंद सिंह ने, बाबा ईसर सिंह ने, मरदे मुजाहिद बाबा जरनैल सिंह भिंडरां वाले ने, ये सब नदियां मुशक्कत घाल के समुंदर ताईं पहुंचियां ने। ते जदों समुंदर ताईं पहुंच गईयां, राम कबीरा एक बहे हैं
ठाकुर ते जन जन ते ठाकुर खेल परियो है तोस्यों बद्धो कीना होड़ माधो मोस्यों फिर एक हो जाते ने। पहला तो सब नदियां ने। ये जदों भी सिख ने उस समुंदर ताईं पहुंचना है मुशक्कत घालनी पवेगी, रब दा तरला लेना पवेगा भी तेरी शरण है गुरु नानक मिला दे, अपने सरगुण स्वरूप दे दिदारे करा दे। अगे वो कहते ने मिले दान संत रेन जिहे लग भवजल तरना। ये बाणी गुरु अर्जन साहब दी ते कईयां बाबा जी संत रेण गुरु नानक साहब दा गुरु ही बना छड्डिया। बाणी गुरु अर्जन साहब दी कई आंदे गुरु नानक साहब दा गुरु संत रेण सी। ये इत्थे संत रेण दा भाव है जे गुरु नानक नूं मिलना है ना, गुरु अर्जन साहब कहंदे रब दा तरला लै ते रब नूं की कह भाई रे संत जना की रेण मैनू साधा दी संगत बख्श धूड़ी बख्श। जिद्दां उन्हां चौंकड़ा ला के इबादत करके गुरु नानक रिझाया है मनाया है, मैनू भी किते उन्हां दी रीसे जाच आ जावे, मैनू नानक निरंकारी मिल जावे। ये सिद्धांत है एक। संत रेण इत्थे किसी साध दा नाम नहीं है। गुरु नानक वो है जिहदे चरनां दी धूड़ी दा एक किणका लखां संत पैदा कर सकदा है, एडा वड्डा है। संतां दी वडियाई वेखो किन्नी है, ते खंडा ब्रह्मंडां दा नानक निरंकारी जो मालक है ओदी वडियाई दा कोई अंत की कर सकता है। अगे कहणगे गुरु अर्जन साहब खैर कहंदे भवजल तो तरीए साधुआं दी संगत मिले। अच्छा जे रब ना मन्ने ते हुण दबका ते मारन दी अपनी हस्ती है नहीं। कई कह दिंदे जी अरदास करदे हैं कोई फायदा नहीं होया। वेख राजे अगे तरला ही लै सकते हैं, राजे नाल धक्का जोरी नहीं जे चलदी हुंदी। ये ओदी मर्जी है, दर ते लखां लोक ओदे खलोते अंदर आवाज किहनूं दवेगा। असीं तरला लै सकते हैं, इहदे नालों वध के कुछ नहीं। गुरु नानक साहब कहंदे ने तू अर्ज कर सकदा यक अर्ज गुफ्तंग पेश तो दरगोश कुन करतार। तू तरला लै सकदा होर कुछ नहीं उत्थे कर सकदा, ओदी मर्जी है मन्ने जां ना मन्ने। खैर फिर तरला लो गुरु अर्जन साहब कहंदे तरला लो गुरु नानक मिले। कहंदे बिनत करो अरदास सुनो जे ठाकुर भावै। नाल ये भी कहा भी तरला लवांगा पर नाल ये भी ते तय है ना भी रब मन लवे सही, ना मने तो उथे जोर कोई नहीं है। फिर तरला लो यही हाल है, अरदास ते अरदास करो, बस जपजी पढ़ो ते अरदास करो। कहंदे रब दा तरला लियो, रब नूं कहो साडी अरदास सुन। देहो दर्श मन चाओ भगत एहो मन ठहरावे। दिदारे दे निर्गुण होके जां गुरु नानक सरगुण बन के दिदारे दे। तेरा नाम जपदियां संतां दी रेण विच बैठियां मेरा मन टिक जावे। ते रब ने अगों आख्या फिर दर्शन करने ते कहंदे वेख इस भारत वर्ष दी रूहे जमीन दे उत्ते बलियो चराग अंधियार मैं। कहंदे मैं ज्ञान दा दीवा गुरु नानक बन के प्रगट होया इस धरती ते। बलियो चराग अंधियार मह सब कल उधरी एक नाम धर्म प्रगट सगल हर भवन मह जन नानक गुर पार ब्रह्म। रब कहंदा जे दर्शन करने ने ज्ञान दा दीवा गुरु नानक बलिया है, जा उस दे दिदारे कर ला। ओही प्रगट स्वरूप दे विच खुदाया है, दुनिया दा मालक है। गुरु नानक एडा वड्डा और प्रगट है सारी दुनिया विच। द लॉर्ड इज रिवील्ड इन ऑल द वर्ल्ड्स इन द फॉर्म ऑफ गुरु नानक। वो प्रगट है सारी दुनिया विच, गुरु नानक बन के वो प्रगट होया है। ये भाई नंद लाल ने कुछ इस तरह कहा उसने। वो कहंदे अबुद आबाद कदरो जाहो निशान। अबद आबाद कदरो जाहो निशान बर फराजत। बर फराजत ये यक दिगर सुबहान। ऐ अकाल पुरख परमात्मा कुल कायनात दे मालक। अबद आबाद का मतलब हुंदा जो हमेशा लई थिर है। गुरु नानक कौन है? गुरु अर्जन साहब दे कह रहे ने प्रगट सगल हर भवन मह जन नानक गुर। पार ब्रह्म दुनिया च प्रगट है भी गुरु नानक ही परमात्मा है। वो भाई नंद लाल कहंदे अबद आबाद हमेशा तो हमेशा तक, आद तो अंत तक। जिन्हों गुरु गोबिंद सिंह ने इउं दसम बाणी च कहा आद अंत एक है अवतारा सोई गुरु
समझो हमारा। वो आद तो अंत तक कुल कायनात दा मालक कलगीधर कहंदे मेरा गुरु है, भाव अकाल पुरख। भाई नंद लाल कहंदे अबद आबाद, सदा ही हमेशा हमेशा, जो सदीवी है। कदरों कहंदे ने इज्जत करनी, अदब करना, सत्कार देना। याहो पदवी नूं किया, तख्त नूं किया, मरातबे नूं किया गया है। अगे कहंदे ने निशान। हुण निशान लफ्ज़ आपां पंजाबी च भी वरतदे हैं, आम जिहा लफ्ज़ है, किसी चीज़ का चिन्ह होना। भाई नंद लाल गुरु नानक साहिब बाबत आखण लगे, हमेशा तो गुरु नानक दी वडियाई नूं, कदर नूं परमात्मा ने आप उच्चिया कीता है, क्योंकि वो परमात्मा दा सरगुण स्वरूप ने। अगे वो आखण लगे बरफराजत, ये यक एक नूं कहंदे ने फारसी विच। आखण लगे बरफराजत, बर दा मतलब हुंदा जिहड़ा बहुता उच्चा है, ते फराज दा भाव है किसी नूं चुक लेना, मोढियां ते उच्चा उठा देना। जे दा मतलब तू है, ते यक दा मतलब एक है, सुबहान। सुबहान दा जेड़ा मतलब है सवेरे सवेर। आखण लगे भाई नंद लाल, आ जिन्नी वडियाई वेना ना गुरु नानक दी, जितनी भी रूहे जमीन ते गुरु नानक दी वडियाई हो रही है, ये घटेगी नहीं। हर सुबह हर सवेर परमात्मा इनू उच्चों उच्चा अपने मोढियां ते उठावेगा, क्योंकि होर कोई नहीं, परमात्मा दा सरगुण स्वरूप है गुरु नानक। ये जिन्ने जोड़ मेले ने, शताब्दी समागम ने, आ तकरीबन मोरावाली साहब बैठे ने, साल 2 साल ते हो गए स्टेजां ते, 550 साल ही मनाया जा रहा, पिछले साल तो ही गुरु नानक साहब दा। मैनू लगता अगला साल भी चली जाना। वैसे तो प्रकाश पुरब आपां हर साल ही मनाउने आ, ये 2-3 साल तकरीबन यही पैरे चलने ने। भाई नंद लाल कहंदे हर सवेर हर सुबह गुरु नानक तेरी वडियाई वाधी रही है, बहुत महान अवधि ते तेरी जय जयकार हो रही है। इनू क्या है, प्रगट भई सगले जुग अंतर गुरु नानक की वडियाई। इन्हां समागमां तो ही ते पता लगता है, इन्हां लखां दे इकट्ठां तो ते पता लगता है। तुसीं डाचर दी धरती ते महान स्थान, जिथे महापुरुष बाबा नरेंद्र सिंह जी, बाबा बलविंदर सिंह जी सेवा करवा रहे ने, जथेदार बाबा गुरमीत सिंह जी इत्थे सेवावां इस संप्रदाय वालों निभाउंदे ने, अज इत्थे शिरकत कर रहे हो। इदां दे हर दुनिया दे जरे विच कोने विच समागम चलने ने। इनू कहा है प्रगट सगल हर भवन मह जन नानक गुर, पार ब्रह्म के नाल ये भी कह दवां, गुरु नानक वर्गा वड्डा कोई नहीं है। सब ते वड्डा सतगुर नानक जिनकल राखी मेरी, उहदे नालों वड्डा कोई नहीं है। कलयुग विच रखिया करन दे समर्थ होई है। ते नाल महाराज ने भी कहा, भूला है मार्ग जिन्हें बताया, ऐसा गुरवड भागी। पता नहीं किन्ने क कौडे राकश वर्गियां नूं, किन्ने क सज्जन ठग वर्गियां नूं, कितनिया नूं उसने तारिया है, कोई गिनती नहीं। कितनिया नूं सीधे रस्ते पाया है, और उन्हें सज्जन ठग वर्गियां नूं संत बना दिता। यही गुरु नानक दी वडियाई है। बाबा शीशा सिंह जी दीयां सेवावां ते वडियाई किथे है, भला किथे है? वो कहंदे ने, गुरु नानक तेरी एक नदर पै जावे सही, जिनका हीरा बस्यो मेरा सतगुर ते संत भली भल भांत। जिन्हां दे हिरदे विच नानक निरंकारी वस गया है, उन्हां दी जय जयकार दुनिया ते रवेगी। सतपुरुषां दी ते है, उन्हें कई ठग भी साध बना दिते सन। ऐसा महान गुरु नानक है। एक भजन कह के फतेह वाल वधा, जदों बाबा मरदाना जी पंज भूतक शरीर त्यागन लगे ना, किन्नी वडियाई कराउंदा गुरु नानक अपने सेवकां दी। ध्यान दिओ, मैं सिद्धे जे लफ्ज वरतां, मरासियां दा काम है राजियां दे दर ते गाउणा, भट्टां दा काम है राजियां दे दर ते गाउणा। ते राजे की दिंदे सी? रोटी बोटी। गवैये उत्थे ही गाउंदे सन जिथे कुछ झोली पैंदा सी। भाई मरदाना भी गाउंदा सी,
ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਰਾਜਿਆਂ ਦੇ ਦਰ ਤੇ ਗਾਉਣਾ ਹੈ, ਰੋਜ਼ ਝੋਲੀ ਅੱਡਦਾ ਹੈ ਕਦੇ ਭਰੀ ਨਹੀਂ ਤੇ ਨਾ ਭਰੇਗੀ। ਆ ਨਾਨਕ ਨਿਰੰਕਾਰੀ ਦੇ ਨਾਲ ਉਸ ਅਕਾਲ ਪੁਰਖ ਲਈ ਗਾ, ਆ ਨਾਨਕ ਨਿਰੰਕਾਰੀ ਦੇ ਦਰ ਤੇ ਗਾ। ਅੱਜ ਮੰਗਦਾ ਹੈ ਆਉਣ ਵਾਲੇ ਸਮੇਂ ਵਿੱਚ ਦਾਤਾਰ ਕਰਕੇ ਪੂਜਿਆ ਜਾਵੇਗਾ। ਜਦੋਂ ਸਰੀਰ ਤੇ ਆਗਣ ਲੱਗੇ ਨਾ, ਅਮਰ ਕਿੱਦਾਂ ਕਰਦੇ ਗੁਰੂ ਨਾਨਕ ਸਾਹਿਬ? ਮੰਗਣਾ ਤੇ ਮੁੱਕ ਹੀ ਗਿਆ, ਦੇਣ ਵਾਲਾ ਗੁਰੂ ਹੀ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦਿਆਂ ਟੋਟ ਨਾ ਆਵਈ ਅਗੰਤ ਭਰੇ। ਆਹ ਜਿਹੜਾ ਲੱਖਾਂ ਦਾ ਇਕੱਠ ਹੈ, ਸਭ ਆਪਾਂ ਮੰਗਦੇ ਹੀ ਆ ਗੁਰੂ ਨਾਨਕ ਦੇ ਦਰ ਦੇ, ਸਭ ਮੰਗਣ ਆਉਨੇ ਆਪਾਂ। ਝੋਲੀਆਂ ਭਰਦਾ ਹੈ ਤੇ ਵਾਰ-ਵਾਰ ਆਉਨੇ ਆ। ਉਹ ਬਾਬਾ ਮਰਦਾਨਾ ਜਾਣ ਲੱਗਾ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਗੁਰਮੁਖ ਦਰਿਆ ਤੇ ਵੀ ਬਾਬਾ ਦੇਖ, ਤੂੰ ਰੱਬ ਦਾ ਢਾਡੀ, ਤੂੰ ਰੱਬ ਲਈ ਗਾਇਆ, ਆਪਣੇ ਨਿਰਗੁਣ ਸਰੂਪ ਲਈ ਗਾਇਆ, ਤੇ ਮੈਂ ਤੇਰਾ ਢਾਡੀ ਤੇਰੇ ਲਈ ਗਾਇਆ। ਤੂੰ ਉਹਦਾ ਸਰਗੁਣ ਸਰੂਪ ਹੈ, ਤੂੰ ਅਮਰ ਹੈ, ਤੂੰ ਸਤਿਗੁਰ ਚੌਹਾਂ ਜੁਗੀ, ਆਪ ਆਪੇ ਪਰਮੇਸ਼ਰ, ਤੂੰ ਚੌਹਾਂ ਜੁਗਾਂ ਦਾ ਮਾਲਕ ਹੈ। ਤੇਰਾ ਤੇ ਨਾਮ ਰਵੇਗਾ ਤੇ ਯਾਰਾਂ ਨੂੰ ਵੀ ਕੋਈ ਚੇਤੇ ਕਰੇਗਾ। ਇੱਥੇ ਕਈ ਰਾਜੇ, ਕਈ ਭੱਟ ਉਹਨਾਂ ਦੇ ਗੁਣ ਗਾਉ ਕੇ ਦੁਨੀਆ ਤੋਂ ਚਲੇ ਗਏ, ਨਾ ਰਾਜੇ ਹੀ ਚੇਤੇ ਨੇ ਨਾ ਭੱਟ ਹੀ ਚੇਤੇ ਨੇ। ਗੁਰੂ ਨਾਨਕ ਕਹਿੰਦੇ ਭਾਈ ਮਰਦਾਨਾ ਜੀ, ਚਾਹੇ ਦੋਹਾਂ ਆਲਮਾਂ ਦਾ ਰਾਜ ਮੰਗ ਲੈਂਦੇ ਉਹ ਵੀ ਮਿਲ ਜਾਂਦਾ। ਤੁਸੀਂ ਬੜੀ ਸੇਵਾ ਕੀਤੀ ਹੈ। ਜੇ ਤੁਹਾਡਾ ਮੁਰਸ਼ਦ ਅਮਰ ਹੈ ਨਾ, ਜੇ ਗੁਰੂ ਨਾਨਕ ਅਮਰ ਹੈ, ਆਉਣ ਵਾਲੇ ਸਮੇਂ ਵਿੱਚ ਮੈਂ ਸ਼ਬਦ ਸਰੂਪ ਹੋਵਾਂਗਾ। ਗੁਰੂ ਗ੍ਰੰਥ ਸਾਹਿਬ ਨੇ ਨਾ, ਗੁਰੂ ਨਾਨਕ ਸਾਹਿਬ ਅੱਜ ਸ਼ਬਦ ਸਰੂਪ ਵਿੱਚ ਨੇ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਸਤਿਗੁਰ ਜਾਗਤਾ ਹੈ ਦਿਓ। ਮੈਂ ਆਉਣ ਵਾਲੇ ਸਮੇਂ ਵਿੱਚ ਸ਼ਬਦ ਗੁਰੂ ਹੋਵਾਂਗਾ ਤੇ ਮੇਰੇ ਅੰਗ ਅੰਗ ਵਿੱਚ ਤੂੰ ਰਾਗ ਬਣ ਕੇ ਸਮਾ ਜਾਵੇਂਗਾ। ਜਿੱਥੇ ਸ਼ਬਦ ਚੱਲੇਗਾ ਉੱਥੇ ਰਾਗ ਬਣ ਕੇ ਮਰਦਾਨਾ ਵੀ ਚੱਲਿਆ ਕਰੇਗਾ। ਏਦਾਂ ਅਮਰ ਕਰਦਾ ਜੇ ਸੇਵਕਾਂ ਨੂੰ, ਏਦਾਂ ਜੈ ਜੈਕਾਰ ਕਰਵਾਉਂਦਾ ਹੈ। ਬਕਾਇਦਾ ਸ਼ਰਤ ਇਹ ਹੈ, ਗੁਰੂ ਨਾਨਕ ਦੇ ਦਰ ਉੱਤੇ ਕਦਮ ਬੋਸੀ ਕਰਨੀ ਪਵੇਗੀ, ਝੁਕਣਾ ਪਵੇਗਾ। ਜਿਹੜਾ ਗੁਰੂ ਨਾਨਕ ਦੇ ਦਰ ਤੇ ਝੁਕ ਗਿਆ, ਉਹਨੂੰ ਹੋਰ ਕਿਸੇ ਦਰ ਤੇ ਝੁਕਣ ਦੀ ਲੋੜ ਨਾ ਰਹੀ। ਤਾਂ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਦਾਸ ਇੱਥੇ ਹੀ ਆਪਣੇ ਵਿਚਾਰ ਨੂੰ ਸੰਕੋਚ ਲਵੇ। ਨਾਨਕ ਨਿਰੰਕਾਰੀ ਦੀ ਵਡਿਆਈ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸੰਗਤ ਨੇ, ਗੁਰਾਂ ਨੇ ਖਿਮਾ ਬਖਸ਼ ਦੇਣੀ। ਜਿਤਨੇ ਵੀ ਸਟੇਜ ਉੱਤੇ ਮਹਾਂਪੁਰਸ਼ ਸੁਭਾਏਮਾਨ ਨੇ, ਸਭਨਾਂ ਦਾ ਧੰਨਵਾਦ। ਆਪ ਲੱਖਾਂ ਸੰਗਤਾਂ ਦਾ ਧੰਨਵਾਦ। ਔਰ ਕਰੋੜਾਂ ਹੀ ਸੰਗਤਾਂ ਲਾਈਵ ਸਿੱਖ ਚੈਨਲ ਉੱਤੇ, ਸਿੱਖ ਸੰਗਤ ਉੱਤੇ, ਹੋਰ ਮੀਡੀਆ ਵਾਲੇ ਵੀਰ ਜਿੱਥੋਂ ਤੱਕ ਵੀ ਕਵਰੇਜ ਲੈ ਰਹੇ ਨੇ, ਇਹ ਸਮਾਗਮ ਚੱਲ ਰਹੇ ਨੇ ਸਾਲਾਨਾ। ਸੋ ਦਾਸ ਸੰਗਤਾਂ ਦਾ ਧੰਨਵਾਦ ਕਰਦਾ ਹੈ। ਕੋਟਾਨ ਕੋਟ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ। ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ। ਪੰਥ ਦੇ ਮਹਾਨ ਗਿਆਨੀ ਜਨ, ਵਿਦਵਾਨ ਪੁਰਸ਼ਾਂ ਨੇ ਆਪ ਸੰਗਤ ਨੂੰ ਗੁਰੂ ਪਾਤਸ਼ਾਹ ਦੀ ਵਡਿਆਈ ਦੇ ਨਾਲ ਜੋੜਨਾ ਹੈ। ਜਿਵੇਂ ਮਹਾਂਪੁਰਸ਼ ਦਾਸੀ ਚੁੱਕੇ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਸ਼ਾਨ ਦੇ ਵਿੱਚ ਸੁਲਤਾਨਪੁਰ ਵਿਖੇ ਮਹਾਨ ਸ਼ਤਾਬਦੀ ਸਮਾਗਮ ਚੱਲਣੇ ਨੇ, ਨਨਕਾਣਾ ਸਾਹਿਬ ਵੀ ਚੱਲਣੇ ਨੇ, ਨਾਨਕ ਝੀਰੇ ਵੀ ਚੱਲਣੇ ਨੇ। ਔਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਦਾਦਕਾ ਪਿੰਡ ਹੈ, ਬਾਬਾ ਮਹਿਤਾ ਕਾਲੂ ਜੀ ਦਾ ਜਿੱਥੇ ਆਗਾਜ਼ ਹੋਇਆ, ਪੱਠੇ ਪਿੰਡ, ਇਹ ਦਾਸ ਦੇ ਨਗਰ ਮੁੰਡਾ ਪਿੰਡ ਤੋਂ 4-5 ਕਿਲੋਮੀਟਰ ਹੀ ਹੈ ਡੇਰਾ ਸਾਹਿਬ। ਉੱਥੇ ਵੀ ਸ਼ਤਾਬਦੀ ਸਮਾਗਮ ਬਾਬਾ ਲੱਖਾ ਸਿੰਘ ਜੀ ਹੁਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਉਣੇ ਨੇ। ਔਰ ਬਾਬਾ ਨਰਿੰਦਰ ਸਿੰਘ ਜੀ, ਬਾਬਾ ਗੁਰਮੀਤ ਸਿੰਘ ਜੀ, ਸਾਰੇ ਹੀ ਜਥੇ ਨੇ ਉੱਥੇ ਵੀ ਲੰਗਰਾਂ ਦੀ ਸੇਵਾ ਕਰਨੀ ਹੈ। ਜਿਤਨੇ ਵੀ ਸਮਾਗਮ ਨੇ ਆਪ ਸੰਗਤਾਂ ਨੇ ਹਰ ਸਮਾਗਮ ਵਿੱਚ ਸ਼ਿਰਕਤ ਕਰਨੀ। ਦਾਸ ਇੱਥੇ ਹੀ ਆਪਣੀ ਵਿਚਾਰ ਨੂੰ ਸੰਕੋਚਦਾ ਹੈ। ਬਾਬਾ ਨਰਿੰਦਰ ਸਿੰਘ ਜੀ ਦਾ, ਬਾਬਾ ਬਲਵਿੰਦਰ ਸਿੰਘ ਜੀ ਦਾ, ਬਾਬਾ ਗੁਰਮੀਤ ਸਿੰਘ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।